ਹੈਲੋ ਸਟੂਡੈਂਟ, ਸਤਿ ਸ੍ਰੀ ਅਕਾਲ। ਮੈਂ ਅਮਨ ਚੁਗ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਆਪਣੀ ਅਗਲੀ ਵੀਡੀਓ ਲੈ ਕੇ ਤੁਹਾਡੇ ਆਪਣੇ YouTube ਚੈਨਲ 24/7 ਐਜੂਕੇਸ਼ਨ ਹੱਬ ਤੇ। ਅੱਜ ਦੀ ਜਿਹੜੀ ਵੀਡੀਓ ਰਹੇਗੀ ਉਹ ਆਪਣੀ ਰਹੇਗੀ ਬੈਸਟ 1100 MCQ ਬੇਸ ਜਿਹੜੀ ਅੱਗੇ ਵੀ ਆਈਆਂ ਨੇ। ਅੱਜ ਆਪਣਾ ਹੋ ਰਿਹਾ 6 ਪਾਰਟ ਤੇ ਅੱਜ ਤੋਂ ਸਟੂਡੈਂਟ ਅਸੀਂ ਤੁਹਾਡੇ ਨਾਲ ਇਹਦੀ ਐਕਸਪਲੇਨੇਸ਼ਨ ਵੀ ਨਾਲ ਲੈ ਕੇ ਆਵਾਂਗੇ। ਜੋ ਵੀ ਆਨਸਰ ਹੋਏਗਾ ਜਾਂ ਜੋ ਵੀ ਤੁਹਾਡੇ ਕੋਲ MCQ ਬੇਸਡ क्वेश्चन आता है उनका ਤੁਹਾਨੂੰ ਨਾਲ ਦੀ ਨਾਲ ਆਨਸਰ ਦੀ ਫੁੱਲ ਐਕਸਪਲੇਨੇਸ਼ਨ ਵੀ ਦਿੱਤੀ ਜਾਵੇਗੀ। ਤਾਂ ਸਟੂਡੈਂਟ ਜੇ ਤੁਹਾਨੂੰ ਲੈਕਚਰ ਵਧੀਆ ਲੱਗੇ ਤੈਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸੋ ਲੈਟਸ ਸਟਾਰਟ ਦ ਟੌਪਿਕ। ਅੱਜ ਦਾ ਆਪਣਾ ਫਸਟ क्वेश्चन है वो है sometimes we get painful cramps in our leg muscles after running for a long time due to accumulation of। मतलब ਜਦੋਂ ਆਪਾਂ ਕਾਫੀ ਹਾਰਡ ਵਰਕ ਵਿੱਚ ਲੱਗੇ ਰਹੀਏ ਜਾਂ ਆਪਾਂ ਭੱਜਦੇ ਰਹੀਏ ਤਾਂ ਕੀ ਹੁੰਦਾ ਹੈ ਆਪਣੇ ਹੱਡੀਆਂ ਜਾਂ ਆਪਣੇ ਲੱਤਾਂ ਦੇ ਵਿੱਚ ਜਾਂ ਆਪਣੀ ਜਿੰਨੀਆਂ ਵੀ ਮਾਸਪੇਸ਼ੀਆਂ ਹਨ ਉਹਨਾਂ ਵਿੱਚ ਇੱਕ ਖਿਚਾਵ ਜਿਹਾ ਆਉਂਦਾ ਹੈ ਜਾਂ ਉਹਨਾਂ 'ਚ ਖੜਲ ਆਉਂਦੇ ਨੇ। ਤਾਂ ਉਹਦਾ ਰੀਜ਼ਨ ਕੀ ਹੈ? ਆਪਸ਼ਨ ਹੈ ਆਪਣੇ ਕੋਲ HCl, second option is fat, C option is carbon dioxide, D option is lactic acid। ਤਾਂ ਸਟੂਡੈਂਟਸ ਇਹਦਾ ਜਿਹੜਾ ਰਾਈਟ ਆਂਸਰ ਬਣੇਗਾ ਉਹ ਆਪਣੇ ਕੋਲ ਆਏਗਾ ਆਪਸ਼ਨ ਨੰਬਰ D, that is lactic acid। लैक्टिक एसिड ਇਹਦਾ ਬਿਲਕੁਲ ਰਾਈਟ ਆਂਸਰ ਬਣੇਗਾ। ਹੁਣ ਇਹਦਾ ਰੀਜ਼ਨ ਕੀ ਹੈ? let us see students। देखो स्टूडेंट्स ये ਇਹਦਾ एक्चुअल ਵਿੱਚ ਕੀ ਹੈ? फ्लो ऑफ रेस्पिरेशन है। मतलब ग्लूकोज ਜਿਹੜਾ ਆਪਣੇ ਅੰਦਰ ਹੁੰਦਾ ਹੈ ਜਿਹੜਾ ਜਦੋਂ ਆਪਾਂ ਰੋਟੀ ਵਗੈਰਾ ਕੋਈ ਜਾਂ ਕੋਈ ਹੋਰ ਚੀਜ਼ ਅੰਦਰ ਲੈ ਕੇ ਜਾਂਦੇ ਹਾਂ ਤਾਂ ਉਹਦੇ ਤੋਂ ਗਲੂਕੋਜ਼ ਨਿਕਲਦਾ ਹੈ। ਗਲੂਕੋਜ਼ ਫਿਰ ਕੀ ਕਰਦਾ ਹੈ? ਉਹਦੀ ਰਿਐਕਸ਼ਨ ਹੁੰਦੀ ਹੈ ਤੇ ਉਹ ਆਪਣੇ ਅੱਧੇ ਪਾਰਟੀਕਲਸ ਵਿੱਚ ਆ ਜਾਂਦਾ ਹੈ। ਫੋਰ ਐਗਜ਼ਾਮਪਲ ਦੇਖੋ ਗਲੂਕੋਜ਼ ਦਾ ਆਪਾਂ ਨੂੰ ਆਉਂਦਾ ਹੈ ਸੀ, ਇਹਦਾ ਕੈਮੀਕਲ ਫਾਰਮੂਲਾ ਹੁੰਦਾ ਹੈ C6H12O6। ਠੀਕ ਹੈ ਜੀ, ਇਹ ਇਹਦਾ ਹੁੰਦਾ ਹੈ ਕੈਮੀਕਲ ਫਾਰਮੂਲਾ। ਠੀਕ ਹੈ ਜੀ। ਹੁਣ ਇਹਦੇ C ਦੇ 6 ਐਟਮ ਨੇ। ਜਦੋਂ ਇਹਦੀ ਰਿਐਕਸ਼ਨ ਹੁੰਦੀ ਹੈ ਇਨ ਸਾਈਟੋਪਲਾਜ਼ਮ, मतलब ਲਿਕੁਇਡ ਮਟੀਰੀਅਲ ਜੋ ਵੀ ਆਪਣੇ ਅੰਦਰ ਹੈ ਉਹਨੂੰ ਕਹਿੰਦੇ ਆ ਸਾਈਟੋਪਲਾਜ਼ਮ। ਤਾਂ ਇਹ ਕੀ ਕਰਦੇ ਨੇ? ਇਹਦੇ ਐਟਮਸ ਅੱਧੇ ਰਹਿ ਜਾਂਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਹਾਈਰੋਵੇਟ। ਠੀਕ ਹੈ ਜੀ। ਫਿਰ ਉਹਦੇ ਨਾਲ ਜਦੋਂ ਆਕਸੀਜਨ ਮਿਲਦੀ ਹੈ ਤਾਂ ਆਕਸੀਜਨ ਦੇ ਨਾਲ ਇਹਦੀ ਕੀ ਹੁੰਦੀ? ਰਿਐਕਸ਼ਨ ਹੁੰਦੀ ਹੈ ਜਿੱਥੋਂ ਆਪਾਂ ਨੂੰ એનર્ਜੀ ਮਿਲਦੀ ਹੈ। ਤਾਂ ਦੇਖੋ ਆਹ ਵਾਲਾ ਗਲੂਕੋਜ਼ ਨੂੰ ਆਪਣੇ ਸਰੀਰ ਦੇ ਅੰਦਰ ਲੈ ਕੇ ਜਾਣ ਵਾਲੇ ਪ੍ਰੋਸੈਸ ਨੂੰ ਆਪਾਂ ਆਖਦੇ ਹਾਂ ਨਿਊਟ੍ਰੀਸ਼ਨ, ਜੋ ਕਿ ਤੁਹਾਡਾ ਮਨੀਸ਼ ਸਰ ਨੇ ਲੈਕਚਰ ਵੀ ਲਗਾਏ ਸੀ ਇਹਨਾਂ ਤੇ। ਜੇ ਤੁਹਾਨੂੰ ਦਿੱਕਤ ਹੈ ਤਾਂ ਤੁਸੀਂ ਉੱਥੇ ਜਾ ਕੇ ਵੀ ਇਹ ਲੈਕਚਰਸ ਆਸਾਨੀ ਨਾਲ ਹਿੰਦੀ ਦੇ ਵਿੱਚ ਇੰਗਲਿਸ਼ ਵਿੱਚ ਵੀ ਹੈ, ਹਿੰਦੀ ਵਿੱਚ ਵੀ ਹੈ ਤੇ ਪੰਜਾਬੀ ਲੈਂਗੁਏਜ ਵਿੱਚ ਵੀ ਹੈ। ਜੇ ਤੁਹਾਨੂੰ ਇਹ ਟੌਪਿਕ ਵੀ ਸਮਝਣੇ ਹਨ ਤਾਂ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਲੈਕਚਰ ਵੇਖ ਸਕਦੇ ਹੋ। तो देखो ਜਦੋਂ ਫੂਡ ਅੰਦਰ ਆ ਗਿਆ ਤਾਂ ਫੂਡ ਦਾ ਮੇਨ ਮਕਸਦ ਕੀ ਹੁੰਦਾ? ਆਪਾਂ ਨੂੰ ਉਹਦੇ ਤੋਂ એનર્ਜੀ ਮਿਲਣਾ। ਤਾਂ એનર્ਜੀ ਮਿਲਦੀ ਹੈ ਜੇ ਉਹਦੇ ਚ ਆਕਸੀਜਨ ਆ ਕੇ ਰਿਐਕਸ਼ਨ ਹੋਵੇ, मतलब ਕੀ ਹੋਵੇ? ਰੈਸਪੀਰੇਸ਼ਨ ਤੋਂ ਬਾਅਦ। ਰੈਸਪੀਰੇਸ਼ਨ ਵਿੱਚ ਆਪਾਂ ਇਨਟੇਕ ਆਫ ਆਕਸੀਜਨ ਹੁੰਦਾ ਹੈ। ਆਕਸੀਜਨ ਜਦੋਂ ਅੰਦਰ ਆਂਦੀ ਹੈ ਤਾਂ ਦੇਖੋ ਆਪਸ਼ਨ ਕੀ ਆ ਸਕਦੀ ਹੈ? ਜਾਂ ਤਾਂ ਆਕਸੀਜਨ ਆਪਣੇ ਕੋਲ ਨਹੀਂ ਮਿਲੀ, ਜਾਂ ਆਪਣੇ ਕੋਲ ਅੱਧੀ ਆਈ ਹੈ, ਜਾਂ ਆਪਣੇ ਕੋਲ ओवरऑल अच्छी अमाउंट ऑक्सीजन अंदर आई है। तो उस बिहाफ ते अपने को की हुंदा है डिफरेंट टाइप्स ऑफ एनर्जी मिलती है ते ਉਹ ਜਿਹੜੀ ਰਿਐਕਸ਼ਨ ਉਹ डिफरेंट ऑर्गन्स ਦੇ ਵਿੱਚ ਹੁੰਦੀ ਹੈ। ਤਾਂ ਐਗਜ਼ਾਮ ਦੇ ਵਿੱਚ ਇੰਪੋਰਟੈਂਟ ਕੀ ਹੈ? ਫਸਟ ਇੰਪੋਰਟੈਂਟ ਹੈ ਐਬਸੈਂਸ ਆਫ ਆਕਸੀਜਨ ਦੇ ਵਿੱਚ ਜਿਹੜੀ ਰੈਸਪੀਰੇਸ਼ਨ ਹੁੰਦੀ ਹੈ ਉਹਨੂੰ ਕੀ ਆਖਦੇ ਹਾਂ? ਉਹਨੂੰ ਆਪਾਂ ਕਹਿੰਦੇ ਹਾਂ ਐਨਾਰੋਬਿਕ ਰਿਐਕਸ਼ਨ। ਐਨਾਰੋਬਿਕ ਰਿਐਕਸ਼ਨ। एनारोबिक रिएक्शन वो रिएक्शन होती है जिहड़ी कि एब्सेंस ऑफ ऑक्सीजन दे विच होंदी है। ठीक है जी। नेक्स्ट आता है एनारोबिक रिएक्शन कित्थे होंदी है? तो इट अकर इन यीस्ट। इट अकर्स इन यीस्ट। नेक्स्ट होर इंपोर्टेंट की आंदा है एनारोबिक रेस्पिरेशन दे आंसर की मिलता है, मतलब उनका रिजल्ट की निकलता है?
ਤਾਂ ਉਹਦਾ ਰਿਜ਼ਲਟ ਨਿਕਲਦਾ ਇਥੇਨॉल प्लस CO2 प्लस एनर्जी। ठीक है जी। ਨੈਕਸਟ ਆਪਾਂ ਵੇਖਦੇ ਹਾਂ ਲੈਕ ਆਫ ਆਕਸੀਜਨ ਮਤਲਬ ਇਨਸਫੀਸ਼ੀਐਂਟ ਆਕਸੀਜਨ। ਆਪਾਂ ਜਦੋਂ ਸਵਿਮਿੰਗ ਕਰ ਰਹੇ ਹੁੰਦੇ ਹਾਂ ਜਾਂ ਫਿਰ ਆਪਾਂ ਕੀ ਹੁੰਦਾ ਹੈ ਕਿਸੇ ਹਾਰਡ ਵਰਕ ਵਿੱਚ ਰੁੱਝੇ ਹੋਏ ਹਾਂ ਜਿੱਥੇ ਆਕਸੀਜਨ ਨਹੀਂ ਮਿਲ ਰਹੀ ਉਦੋਂ ਆਪਾਂ ਨੂੰ ਮਿਲਦੀ ਲੈਕ ਆਫ ਆਕਸੀਜਨ ਜਾਂ ਇਨਸਫੀਸ਼ੀਐਂਟ ਆਕਸੀਜਨ। ਤਾਂ ਉਹ ਰਿਐਕਸ਼ਨ ਕਿਹਦੇ ਵਿੱਚ ਹੁੰਦੀ ਹੈ? ਉਹ ਹੁੰਦੀ ਹੈ ਆਪਣੇ ਮਸਲ ਦੇ ਵਿੱਚ। ਠੀਕ ਹੈ, ਇਟ ਅਕਰਸ ਇਨ ਮਸਲ ਸੈਲਸ ਐਂਡ ਦਾ ਰਿਜ਼ਲਟ ਕੀ ਨਿਕਲਦਾ ਹੈ? ਲੈਕਟਿਕ ਐਸਿਡ ਪਲਸ એનર્ਜੀ ਤੁਹਾਡੇ ਕੋਲ ਹੋਣਾ। ਇਹੀ ਤੁਹਾਡੇ ਕੋਲ ਇੱਥੇ ਹੈਗਾ ਸੀ ਆਪਣੇ ਕੋਲ ਕਿ ਲੈਕਟਿਕ ਐਸਿਡ ਨਿਕਲੇਗਾ ਜਦੋਂ ਲੈਕ ਆਫ ਆਕਸੀਜਨ ਆਪਾਂ ਨੂੰ ਮਿਲਦੀ ਹੈ ਤਾਂ। नेक्स्ट इंपॉर्टेंट आ गया एरोबिक रिएक्शन मतलब द रिएक्शन विच अकर्स इन द प्रेजेंस ऑफ ऑक्सीजन। ऑक्सीजन ਦੇ ਹੋਣ ਦੇ ਵਿੱਚ ਜਦੋਂ ਰੈਸਪੀਰੇਸ਼ਨ ਹੁੰਦੀ ਹੈ ਉਹਨੂੰ ਆਪਾਂ ਕਿਆ ਆਖਦੇ ਹਾਂ? ਐਰੋਬਿਕ ਰੈਸਪੀਰੇਸ਼ਨ। ਤੇ ਐਰੋਬਿਕ ਜਿਹੜੀ ਰੈਸਪੀਰੇਸ਼ਨ ਹੈ ਇਹਦਾ ਰਿਜ਼ਲਟ ਕੀ ਨਿਕਲਦਾ ਹੈ? CO2 plus water plus energy। ਨੈਕਸਟ ਇੰਪੋਰਟੈਂਟ ਹੋਰ ਕੀ ਇਹਦੇ ਵਿੱਚ ਇਹ ਰਿਐਕਸ਼ਨ ਕਿੱਥੇ ਹੁੰਦੀ? ਟੱਕਰਸ ਇਨ ਮਾਈਟੋਕੌਂਡਰੀਆ। ਠੀਕ ਹੈ ਜੀ। ਤਾਂ ਇਹ ਸੀ ਇਹਦੇ ਵਿੱਚ ਇਸ ਤੋਂ ਰਿਲੇਟਿਡ ਹੋਰ ਇੰਪੋਰਟੈਂਟ क्वेश्चन आंसर्स। ਤਾਂ आई थिंक ਤੁਹਾਨੂੰ ਸਾਰੀ ਸਮਝ ਲੱਗ ਗਈ ਹੋਏਗੀ। ਲੈਟਸ ਮੂਵ ਔਨ ਟੂ ਦ ਨੈਕਸਟ ਵਨ। which among the following is necessary to carry out the blood coagulation in a cut or wound। मतलब ਜਦੋਂ ਆਪਾਂ ਨੂੰ ਕਿਤੇ ਕੋਈ ਇੰਜਰੀ ਹੋ ਜਾਂਦੀ ਹੈ ਜਾਂ ਕੋਈ ਜ਼ਖਮ ਹੋ ਜਾਂਦਾ ਹੈ ਤਾਂ ਉੱਥੇ ਜਿਹੜਾ ਆਪਣਾ ਲਹੂ ਹੁੰਦਾ ਹੈ ਉਹ ਇਕੱਠਾ ਹੋ ਜਾਂਦਾ ਹੈ। ਉਹਦੇ ਪਿੱਛੇ ਆਪਣੇ ਜਿਹੜਾ ਬਲੱਡ ਹੈ ਉਹਦੇ 'ਚ ਇੱਕ ਇਹੋ ਜਿਹੀ ਚੀਜ਼ ਹੁੰਦੀ ਜੋ ਇਹਦੇ ਸੇ ਰਿਸਪੋਂਸੀਬਲ ਹੈ ਤਾਂ ਉਹ ਆਪਣਾ ਆਂਸਰ ਹੋਏਗਾ। ਆਪਸ਼ਨ ਨੇ ਵਾਈਟ ਬਲੱਡ ਸੈਲਸ, ਸੈਕਿੰਡ ਬਲੱਡ ਪਲਾਜ਼ਮਾ, ਥਰਡ ਪਲੇਟਲੈਟਸ, फोर्थ RBC रेड ब्लड सेल्स। then the दोस्तों राइट आंसर है वो अपने को सी ऑप्शन दैट इज प्लेटलेट्स। ਹੁਣ ਤੁਹਾਨੂੰ ਕੀ ਇੰਪੋਰਟੈਂਟ ਹੈ ਜਿੰਨੀ ਆਪਸ਼ਨ ਦਿੱਤੀਆਂ ਨੇ ਇਹਨਾਂ ਸਾਰਿਆਂ ਦੇ ਅਨਦਰ ਨੇਮਸ ਤੇ ਨਾਲੇ ਹੋਰ ਕੀ ਇੰਪੋਰਟੈਂਟ ਹੈ ਇਹਨਾਂ ਦੇ ਇੰਪੋਰਟੈਂਟ ਕੀ ਨੇ ਫੰਕਸ਼ਨਸ। ਤਾਂ ਲੈਟਸ ਸੀ ਕੰਪੋਨੈਂਟਸ ਆਫ ਹਿਊਮਨ ਬਲੱਡ ਐਂਡ ਇਟਸ ਫੰਕਸ਼ਨਸ। RBC बोले तो रेड ब्लड सेल्स एंड द अनदर नेम की है एरिथ्रोसाइट्स। नेक्स्ट आंदा है एंड द फंक्शन की है इट हेल्प्स इन द ट्रांसपोर्टेशन ऑफ ऑक्सीजन। मतलब लंग्स तक ऑक्सीजन ਜਿਹੜੀ ਆਪਾਂ ਅੰਦਰ ਲੈ ਕੇ ਜਾਂਦੇ ਹਾਂ ਤਾਂ ਅੱਗੋਂ RBC ਕੀ ਹੁੰਦੇ ਨੇ? RBC ਦੇ ਅੰਦਰ ਕੀ ਹੁੰਦਾ ਹੈ? RBC ਦੇ ਅੰਦਰ ਹੁੰਦਾ ਹੈ ਹੀਮੋਗਲੋबिन। ਉਹਦੇ ਨਾਲ ਕਿਹਦਾ ਆਕਸੀਜਨ ਅਟੈਚ ਹੋ ਜਾਂਦੀ ਹੈ ਤੇ ਫਿਰ ਉਹ ਹੀਮੋ ਜਿਹੜਾ ਹੁੰਦਾ ਉਹ ਸਾਰੇ ਸਰੀਰ ਦੇ ਵਿੱਚ ਅੰਗਾਂ ਤੱਕ ਆਕਸੀਜਨ ਨੂੰ ਪਹੁੰਚਾਉਂਦਾ ਹੈ। ਠੀਕ ਹੈ ਜੀ। ਤਾਂ ਇਹਦਾ ਮੇਨ ਫੰਕਸ਼ਨ ਕੀ RBC ਦਾ? ਹੈਲਪਸ ਇਨ ਦਾ ट्रांसपोर्टेशन ऑफ ऑक्सीजन टू ऑल द पार्ट्स ऑफ द बॉडी। नेक्स्ट आंदा है वाइट ब्लड सेल जिसका अनदर नेम है ल्यूकोसाइट्स एंड द मेन फंक्शन है इम्यूनिटी। इट हेल्प्स इन प्रोटेक्शन फ्रॉम द इन्फेक्शन। मतलब कोई हार्मफुल आसे पासे तो ਜਿਹੜੇ ਇਨਸੈਕਟ ਵਗੈਰਾ ਹੁੰਦੇ ਨੇ ਉੱਥੇ ਇਨਫੈਕਸ਼ਨ ਹੁੰਦੀ ਹੈ ਉਹਦੇ ਤੋਂ ਬਚਾਉਣ ਦਾ ਜਿਹੜਾ ਜ਼ਿੰਮਾ ਹੈ ਉਹ ਕਿਹਦਾ? WBC ल्यूकोसाइट्स ਦਾ है। नेक्स्ट अपने को आंदे हैं प्लेटलेट्स। प्लेटलेट्स का अनदर नेम है थ्रोम्बोसाइट्स। ते ये हेल्प की करते? इट हेल्प्स इन ब्लड क्लॉटिंग। मतलब ਜਦੋਂ कोई इंजरी हो जाए तो आउटसाइड इन्ना ना निकले इस करके वो उत्थे इकट्ठा होना स्टार्ट हो जाता उस एरिया ते। इन्हू आपां आखदे हां कोएगुलेशन ऑफ ब्लड या क्लॉटिंग ऑफ ब्लड। लास्ट एक होर कंपोनेंट ਹੁੰਦਾ ਜਿਹੜਾ ਕੀ ਸੀ? ब्लड प्लाज्मा। ਉਹ ਹੁੰਦਾ ਹੈ ਉਹਦਾ ਮੇਨ ਫੰਕਸ਼ਨ ਕੀ? ਇਟ ਇਜ਼ ਅ ਲਿਕੁਇਡ ਪਾਰਟ ਆਫ ਦਾ ਬਲੱਡ। मतलब ਆਪਾਂ ਨੂੰ ਜਿਹੜਾ ਇਹ ਚੀਜ਼ ਦਾ ਤਾਂ ਪਤਾ ਜਿਹੜਾ ਆਪਣਾ ਹਿਊਮਨ ਦਾ ਬਲੱਡ ਆ ਉਹ ਲਿਕੁਇਡ ਚ ਹੁੰਦਾ ਹੈ ਬਟ ਲਿਕੁਇਡ ਉਹ ਹੁੰਦਾ ਕਿ ਉਹਦੇ ਚ 90% ਲਿਕੁਇਡ ਜਿਹੜਾ ਹੈ ਉਹ ਕਿਹੜਾ ਹੁੰਦਾ ਹੈ? ਪਲਾਜ਼ਮਾ ਹੁੰਦਾ ਹੈ। ਠੀਕ ਹੈ ਜੀ। ਉਹ ਲਿਕੁਇਡ ਇਸ ਵਜ੍ਹਾ ਨਾਲ ਹੁੰਦੀ ਤਾਂ ਕਿ ਉਹ ਈਜ਼ੀਲੀ ਇੱਧਰ ਉੱਧਰ ਹੋ ਕੇ ਆ ਸਕੇ। ठीक है जी। तो ये सी एंड द कंपोनेंट्स। नेक्स्ट इंपॉर्टेंट आ रहा है द वेन विच ब्रिंग्स द क्लीन ब्लड फ्रॉम लंग्स इनटू द हार्ट। लंग्स तो साफ लहू ਨੂੰ हार्ट तक कौन पहुंचाਉਂਦਾ है? ऑप्शंस अगेन इन
pulmonary vein, hepatic vein, superior vena cava. Last option है D, pulmonary artery. Then the देखो सीधा आंसर है A option, that is pulmonary vein. ਹੁਣ ਤੁਹਾਨੂੰ ਦੇਖੋ ਇਹ ਚੀਜ਼ ਸਭ ਤੋਂ ਇੰਪੋਰਟੈਂਟ ਹੈ, ਥੋੜੀ ਉਲਝਣ ਵਾਲੀ ਹੋਏਗੀ। ਹਾਰਟ ਦੀ ਐਨਾਟੋਮੀ ਮਤਲਬ ਹਾਰਟ ਦੇ ਬਾਰੇ ਐਕਸਪਲੇਨੇਸ਼ਨ। ਦੇਖੋ ਆ ਹਾਰਟ ਦੀ ਹੈਗੀ ਹੈ ਲੈਫਟ ਹੈਂਡ ਸਾਈਡ ਤੇ ਇਹ ਹੈਗੀ ਹੈ ਉਹਦੀ ਰਾਈਟ ਹੈਂਡ ਸਾਈਡ, ਠੀਕ ਹੈ ਜੀ। ਇਹ ਹਾਰਟ ਦੇ ਕਿੰਨੇ ਹਿੱਸੇ ਹੁੰਦੇ, ਹਿਊਮਨ ਦਾ ਹਾਰਟ ਕਿੰਨੇ ਹਿੱਸੇ 'ਚ ਵੰਡਿਆ ਹੋਇਆ ਹੈ, ਆਪਾਂ 4 ਹਿੱਸੇ ਨੇ ਹੁੰਦੇ, ਇਸ ਕਰਕੇ ਆਪਾਂ ਕਹਿੰਦੇ ਹਿਊਮਨ ਹਾਰਟ ਇਜ਼ 4 ਚੈਂਬਰਡ ਹਾਰਟ, ਠੀਕ ਹੈ ਜੀ। ਤਾਂ ਇਹਦੇ ਇੱਕ ਉੱਪਰ ਇੱਕ ਨੀਚੇ ਔਨ ਦਾ ਰਾਈਟ ਸਾਈਡ ਤੇ ਇੱਕ ਉੱਪਰ ਇੱਕ ਨੀਚੇ ਔਨ ਦਾ ਲੈਫਟ ਹੈਂਡ ਸਾਈਡ। ਉੱਪਰ ਵਾਲੇ ਨੂੰ ਆਪਾਂ ਆਖਦੇ ਹਾਂ ਐਟਰੀਅਮ, ਤਾਂ ਇਹ ਬਣ ਗਈ ਰਾਈਟ ਐਟਰੀਅਮ ਤੇ ਇਹ ਬਣ ਗਈ ਲੈਫਟ ਐਟਰੀਅਮ। ਨੈਕਸਟ ਜਿਹੜੇ ਆ ਨਿਚਲੇ ਹੁੰਦੇ ਨੇ ਇਹਨੂੰ ਆਪਾਂ ਕਹਿੰਦੇ ਆ ਰਾਈਟ ਵੈਂਟਰੀਕਲ ਔਨ ਦਾ ਰਾਈਟ ਹੈਂਡ ਸਾਈਡ, ਤੇ ਜਿਹੜੀ ਲੈਫਟ ਚ ਉਹਨੂੰ ਕਹਿੰਦੇ ਆ ਲੈਫਟ ਵੈਂਟਰੀਕਲ, ਠੀਕ ਹੈ ਜੀ। ਇਹ ਵੀ ਹੋ ਗਿਆ। ਤੇ ਜਿਹੜੇ ਇਹਨਾਂ ਦੇ ਵਿੱਚ ਇੱਕ ਪਤਲੀ ਲੇਅਰ ਹੈ ਜਿਹੜੇ ਇਹਨਾਂ ਨੂੰ ਦੋ ਅਲੱਗ-ਅਲੱਗ ਰੱਖਦੇ ਉਹਨੂੰ ਆਪਾਂ ਕਹਿੰਦੇ ਆ ਸੈਪਟਮ, ਠੀਕ ਹੈ ਜੀ। ਹੁਣ ਇੰਪੋਰਟੈਂਟ ਇੱਥੇ ਇੱਕ ਚੀਜ਼ ਹੋਰ ਆ ਗਈ ਕਿ ਜਦੋਂ ਇਹਦੇ ਵਿੱਚ ਨੀਚੇ ਆ ਜਾਏ ਤਾਂ ਉਹ ਜਿਹੜਾ ਹਿਊਮਨ ਦਾ ਬਲੱਡ ਹੈ ਉਹ ਰਿਟਰਨ ਇਹੋ ਰਾਸਤੇ ਤੋਂ ਨਹੀਂ ਆ ਸਕਦਾ। ਤੇ ਇਹ ਜਿਹੜੀਆਂ ਹੁੰਦੀਆਂ ਇਹਨੂੰ ਆਪਾਂ ਕਹਿੰਦੇ ਆ, ਇਹਦਾ ਨਾਮ ਹੈ ट्राइकस्पिड वॉल्व, ठीक है जी, ये लिखा हुआ। ते आ जिहड़ी हैगी इहनूं आपां कहने आ मिट्रल वॉल्व या ऑर्टिक वॉल्व, ठीक है जी। ये अलग अलग ऑर्टिक का रस्ता आ वाला है, ठीक है जी। ते ए वाली केड़ी है इहनूं आपां कहने आ मिट्रल वॉल्व। ਹੁਣ ਇੰਪੋਰਟੈਂਟ ਇੱਥੇ ਕਨਸੈਪਟ ਆਪਣੇ ਕੋਲ ਜਿਹੜਾ ਆ ਰਿਹਾ ਸੀ ਉਹ ਆ ਰਿਹਾ ਸੀ ਆਪਣੇ ਕੋਲ ਕਿਹੜੀਆਂ ਇਹੋ ਜੀਆਂ ਹੈਗੀਆਂ ਨੇ ਜਿਹੜੀਆਂ ਜਿਹੜੇ ਲੰਗਸ ਤੋਂ ਹਾਰਟ ਤੱਕ ਲੈ ਕੇ ਆਉਂਦੇ ਬਲੱਡ, ਤੇ ਕੁਝ ਜਿਹੜਾ ਹੋਏਗਾ ਉਹ ਹਾਰਟ ਟੂ ਅਦਰ ਔਰਗਨਸ ਜਾਂ ਲੰਗਸ ਤੱਕ ਲੈ ਕੇ ਜਾਂਦੀਆਂ ਹਨ। ਤਾਂ ਇਹ ਦੇਖੋ ਇਹ ਇਧਰੋਂ ਆ ਰਹੀ ਹੈ ਫਿਰ ਉਹ ਇਧਰੋਂ ਨਿਕਲ ਰਿਹਾ ਹੈ, ਇਹ ਆਪਣੇ ਇਧਰੋਂ ਆ ਰਹੀ ਹੈ ਅਹੀਂ ਤੇ ਇਧਰੋਂ ਅਹੀਂ ਨਿਕਲ ਰਹੀ ਹੈ। ਤਾਂ ਮਤਲਬ ਇੱਕ ਆ ਹੋਗੀ ਆਉਣ ਵਾਲੀਆਂ ਕਿੰਨੀਆਂ ਨੇ ਆ ਦੋ, ਤੇ ਇੱਕ ਆ ਨਿਕਲਦੀ ਪਈ ਇੱਕ ਆ ਨਿਕਲਦੀ ਪਈ, ਤੇ ਨਿਕਲਣ ਵਾਲੇ ਕਿੰਨੇ ਨੇ ਅਗਲੀਆਂ ਹੋਣਗੀਆਂ ਦੋ। ਤਾਂ ਜਿਹੜਾ ਇੱਥੇ ਪਾਰਟ ਸ਼ੋ ਕੀਤਾ ਹੋਇਆ ਇਸ ਰੰਗ ਦੇ ਨਾਲ ਉਹ ਹੈਗਾ ਆਕਸੀਜਨੇਟਿਡ, ਮਤਲਬ ਉਹਦੇ ਚ ਆਕਸੀਜਨ ਹੈਗੀ ਹੈ। ਇਧਰ ਮਤਲਬ ਇਧਰ ਜਿਹੜੀ ਲੈ ਕੇ ਆ ਰਹੀ ਹੈ ਉਹ ਆ ਰਹੀ ਹੈ ਲੰਗਸ ਤੋਂ ਲੈ ਕੇ ਆਕਸੀਜਨ ਵਿੱਚ, ਮਤਲਬ ਆਕਸੀਜਨ ਉਹਦੇ ਨਾਲ ਅਟੈਚ ਹੈ। ਤਾਂ ਆਪਣੇ ਕੋਲ ਐਗਜ਼ਾਮ ਵਿੱਚ ਆਏਗਾ ਨੇ ਇੱਥੇ ਆਪਣੇ ਕੋਲ ਇਹੋ ਚੀਜ਼ ਪੁੱਛੀ ਸੀ, ਸਾਫ ਦਾ ਮਤਲਬ ਆਕਸੀਜਨ ਵਾਲਾ ਬਲੱਡ, ਆਕਸੀਜਨ ਵਾਲਾ ਬਲੱਡ ਆਕਸੀਜਨੇਟਿਡ ਬਲੱਡ ਲੰਗਸ ਤੋਂ ਹਾਰਟ ਤੱਕ ਕੌਣ ਲੈ ਕੇ ਆ ਰਿਹਾ ਹੈ, ਤੇ ਇਹ ਲੈ ਕੇ ਆ ਰਹੀ ਹੈ ਆਪਣੇ ਕੋਲ ਪਲਮੋਨਰੀ ਵੇਨ। ਤੇ ਉਹ ਜਦੋਂ ਹਾਰਟ ਦੇ ਵਿੱਚੋਂ ਲੰਘ ਕੇ ਫਿਰ ਉਹ ਕਿੱਥੇ ਹੋ ਕੇ ਆਉਂਦਾ ਹੈ ਸਾਰੇ ਔਰਗਨਸ ਤੱਕ ਜਾਂਦਾ ਹੈ, ਤਾਂ ਉਹਨੂੰ ਲੈ ਕੇ कौन है ना ओर्टा। देखो आई चीज अंदर वड़ी ते इथों आउटसाइड निकल गई ओर्टा। ये चीजें तुसी लिख के रख लो, लंग्स टू हार्ट ऑक्सीजनेटेड ब्लड या जिन्हों आप कहने हैं साफ ब्लड जेड़ा होएगा वो कौन लेके आएगा, वो लेके आएगी पल्मोनरी वेन। ते लेके कौन जांदा है ऑर्गन्स तक, हार्ट टू ऑर्गन, तो ऑक्सीजन वाला ब्लड तो उनका नाम है ओर्टा। नेक्स्ट आता है deoxygenated blood which is shown by here with this way। the superior vena cava ਜਿਹੜੀ ਹੈ ਉਹ organs, देखो ये organs तक होके आएगी ऑक्सीजन ਜਿਹੜੀ ਸੀ ऑक्सीजन ਉੱਥੇ absorb ਹੋ ਗਈ organs ਵਿੱਚ, ਫਿਰ ऑक्सीजन नहीं मिली ਉਹਨੂੰ ਆਪਾਂ ਕਹਾਂਗੇ deoxygenated blood। ਫਿਰ ਉਹਨੂੰ organs ਤੋਂ heart ਤੱਕ ਕੌਣ ਲੈ ਕੇ ਆਂਦਾ, ਉਹ ਲੈ ਕੇ ਆਂਦੀ superior vena cava। ਤੇ ਉਹ ਜਦੋਂ ਹਾਰਟ ਦੇ ਵਿੱਚ ਲੰਘ ਕੇ ਲੰਗਸ ਤੱਕ ਫਿਰ ਡੀਆਕਸੀਜਨੇਟਿਡ ਬਲੱਡ ਹੀ ਜਾਂਦਾ ਤਾਂ ਕਿ ਆਕਸੀਜਨ ਇਹਦੇ ਉੱਤੇ ਆਵੇ ਫਿਰ ਉਹ ਇਹਦੇ ਵਿੱਚ ਐਂਟਰ ਹੋਵੇ। ਤਾਂ ਜਿਹੜਾ ਡੀਆਕਸੀਜਨੇਟਿਡ ਬਲੱਡ ਹੈ ਉਹ ਲੈ ਕੇ ਆਂਦੀ ਸੁਪੀਰੀਅਰ ਵੀਨਾ ਕੇਵਾ ਫਰੋਮ organs to the heart। ਫਿਰ ਹਾਰਟ ਤੋਂ ਲੰਗਸ ਤੱਕ ਕੌਣ ਲੈ ਕੇ ਜਾਂਦਾ, ਉਹ ਲੈ ਕੇ ਜਾਂਦੀ ਆਪਣੇ ਕੋਲ ਆਰਟਰੀ ਜਿਹਨੂੰ ਆਪਾਂ ਕਹਿੰਦੇ ਆ ਪਲਮੋਨਰੀ ਆਰਟਰੀ। ਹੋਰ ਇੰਪੋਰਟੈਂਟ ਇੱਥੇ ਕੀ ਹੈ ਤੁਹਾਨੂੰ ਬੱਚਿਆਂ ਨੂੰ ਕੀ ਨਾ ਇਸ ਚੀਜ਼ ਦਾ ਨਹੀਂ ਪਤਾ ਹੋਏਗਾ, ਆਰਟਰੀ ਦਾ ਮਤਲਬ ਕੀ ਹੁੰਦਾ ਹੈ ਤੇ ਵੇਨਸ ਦਾ ਮਤਲਬ ਕੀ ਹੁੰਦਾ ਹੈ।
ਤਾਂ ਦੋਸਤੋ ਆਰਟਰੀ ਹੁੰਦੀ ਜਿਹੜੀ ਹਾਰਟ ਟੂ ਅਦਰ ਲੰਗਸ ਜਾਂ ਕਿਸੇ ਹੋਰ ਹਿੱਸਾ ਜਿਹੜੀ ਹਾਰਟ ਤੋਂ ਲੈ ਕੇ ਜਾਵੇ ਕੋਈ ਚੀਜ਼, ਠੀਕ ਹੈ, ਉਹਨੂੰ ਆਪਾਂ ਕਹਿੰਦੇ ਆਰਟਰੀ। ਤੇ ਜਿਹੜੀ ਹਾਰਟ ਦੇ ਵਿੱਚ ਲੈ ਕੇ ਆਂਦੀ ਹੈ ਉਹਨੂੰ ਆਪਾਂ ਕਹਿੰਦੇ ਆ ਵੇਨ ਕਹਿੰਦੇ ਆ, ਠੀਕ ਹੈ ਜੀ। ਹੁਣ ਜਿਹੜੀ ਆਰਟਰੀਜ਼ ਹੁੰਦੀਆਂ ਨੇ ਇਹ ਥੋੜੀਆਂ ਜੀਆਂ ਹਾਰਡ ਹੁੰਦੀਆਂ, ਥੋੜੀਆਂ ਮੋਟੀਆਂ ਹੁੰਦੀਆਂ ਨੇ ਐਜ਼ ਕੰਪੇਅਰ ਟੂ ਵੇਨਸ। ਕਿਉਂ? ਬਿਕੋਜ਼ ਆਰਟਰੀ ਨੇ ਇਹਦੇ ਵਿੱਚੋਂ ਲੈ ਕੇ ਜਾਣਾ ਬਲੱਡ, ਜਦੋਂ ਇਹਦੇ ਵਿੱਚ ਆਏਗਾ ਬਲੱਡ ਤਾਂ ਉਹ ਕਾਫੀ ਸਪੀਡ ਨਾਲ ਨਿਕਲੇਗਾ, ਤਾਂ ਇਸ ਕਰਕੇ ਇਹ ਜਿਹੜੀਆਂ ਹੁੰਦੀਆਂ ਥੋੜੀ ਜੀਆਂ ਮੋਟੀਆਂ ਹੁੰਦੀਆਂ ਨੇ ਆਰਟਰੀ ਐਜ਼ ਕੰਪੇਅਰ ਟੂ ਵੇਨ। ਇਹ ਵੀ ਐਗਜ਼ਾਮ ਵਿੱਚ ਆ ਸਕਦਾ ਹੈ। ਤਾਂ ਇਹ ਇਹਦਾ ਕੀ ਹੈ, ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ। ਦੇਖੋ मैं अगेन एक्सप्लेन हो रहा है बिकॉज ये सारा प्रोसेस बहुत ज़्यादा थोड़ा आपस मिक्सअप हो जाता है। तो देखो ये थोड़े सब तो इंपॉर्टेंट है। आज देख लो तुसी हार्ट का राइट हैंड साइड है तो हार्ट का लैफ्ट हैंड साइड है, ऊपर एट्रियम नीचे है ने वेंट्रिकल्स। फस्ट चीज जो रेस्पिरेशन होती है तो लंग्स जो ऑक्सीजन आती है, ऑक्सीजन नाल जेड़ा आंदा है हार्ट तक, ये अपना हार्ट है, ठीक है जी। लंग्स तो हार्ट तक ऑक्सीजनेटेड ब्लड कौन लेके आंदा है? तो वो लेके आंदी है पल्मोनरी वेन। फिर ओहियो जेड़ा ऑक्सीजनेटेड होंदा है ओनू ऑर्गन्स तक कौन लेके जांदा है? तो उन्हें कहते ओर्टा, ठीक है जी। नेक्स्ट हुन ऑर्गन्स तक एब्जॉर्ब हो गया, हुन ऑर्गन्स ने एब्जॉर्ब हो गया ऑक्सीजन, ते बाकी जेड़ा बचदा होएगा डीऑक्सीजनेटेड ब्लड, मतलब उनदे च ऑक्सीजन नहीं हैगी। तो वो फिर हार्ट दे विच एक बारी होर आएगा, वो हार्ट दे विच की हुंदा है, वो कौन लेके आंदी? वो लेके आंदी वीना केवा, या जिन्होंने ਆਪਾਂ ਕਹਿੰਦੇ सुपीरियर भी अगे लगा देने वर्ड। फिर वो एंदे जो हार्ट चो निकल के फिर वो कितने तक जाता? लंग्स तक, ताकि उनदे च ऑक्सीजन आ सके। तो फिर ਉਹਨੂੰ ਕਹਿੰਦੇ आर्टरी, ठीक है जी। इस पासे अपने को देखो की है PAPB, ਤੁਸੀਂ ਆ ਚੀਜ਼ ਇਹਨੂੰ ਐਜ਼ ਇਟ ਇਜ਼ याद रख लोगे, ਇਹਦਾ ਸਕਰੀਨਸ਼ਾਟ ਲੈ ਲਓ, ਤੁਹਾਡੇ ਲਈ ਇੰਪੋਰਟੈਂਟ ਹੈ, ਤੁਹਾਨੂੰ ਐਗਜ਼ਾਮ ਵਿੱਚ ਕਦੇ ਵੀ ਮਿਸਟੇਕ ਨਹੀਂ ਹੋਏਗੀ। नेक्स्ट इंपॉर्टेंट है दैट sorry the excretory unit of human excretory system is known as ਮਨੁੱਖ ਦੀ ਮਲ ਨਿਕਾਸ ਪ੍ਰਣਾਲੀ ਦੀ ਇਕਾਈ ਨੂੰ ਕੀ ਆਖਿਆ ਜਾਂਦਾ ਹੈ? ऑप्शन है नेफ्रेटिया, न्यूरॉन, नेफ्रॉन एंड किडनीज। ਤੇ ਇਹਦਾ ਜਿਹੜਾ ਰਾਈਟ ਆਂਸਰ ਹੈ ਉਹ ਹੈ ਨੈਫਰੋਨ। ਕੁਝ ਬੱਚੇ ਇਹ ਵੀ ਸੋਚਦੇ ਹੋਣਗੇ ਕਿ ਸਾਰਾ ਕੁਝ ਤਾਂ ਆਪਣੇ ਕਿਡਨੀਜ਼ ਦੇ ਵਿੱਚ ਹੁੰਦਾ ਹੈ, बट स्टूडेंट्स ਇਹਦੇ ਵਿੱਚ ਕੀ ਹੁੰਦੇ ਨੇ? ਛੋਟੇ ਛੋਟੇ ਇਕਾਈਆਂ ਹੁੰਦੀਆਂ, ਛੋਟੇ ਛੋਟੇ ਯੂਨਿਟਸ ਹੁੰਦੇ ਆ ਜਿਹਨੂੰ ਆਪਾਂ ਕਹਿੰਦੇ ਆ ਨੈਫਰੋਨ, ਜਿੰਦੇ ਵਿੱਚ ਹੀ ਸਾਰੀ ਕੀ ਹੁੰਦੀ ਹੈ ਆਪਣੇ ਕੋਲ। ਦੇਖੋ ਇਹਦੇ ਵਿੱਚ ਮੇਨ ਫੰਕਸ਼ਨ ਕੀ ਆਂਦਾ? ਕਿਡਨੀਜ਼ ਦਾ ਮੇਨ ਫੰਕਸ਼ਨ ਹੈ ਫਿਲਟਰੇਸ਼ਨ ਆਫ ब्लड ਨੂੰ ਫਿਲਟਰ ਕਰਨਾ, ਉਹ ਇਹਦਾ ਕੰਮ ਹੈ। ਉਹ ਐਕਚੁਅਲ ਵਿੱਚ ਕੀ ਹੁੰਦਾ? ਇਹਦੇ ਅੰਦਰ ਛੋਟੇ ਛੋਟੇ ਕੀ ਹੁੰਦੇ ਨੇ? ਇਕਾਈਆਂ ਨੇ ਜਿਹਨੂੰ ਆਪਾਂ ਕਹਿੰਦੇ ਆ ਨੈਫਰੋਨ, जिनकी हेल्प नाल की हुंदी है ये हुंदा है। नेक्स्ट क्वेश्चन है द मेन फंक्शन ऑफ प्लांट हार्मोन एब्सिसिक एसिड। देखो प्लांट दे डिफरेंट हार्मोन्स हुंदे हैं, तो उन्हां जो एब्सिसिक एसिड दा मेन फंक्शन की है? ऑप्शन ने इट इंक्रीज द लेंथ ऑफ सेल, सेकंड ऑप्शन है इट प्रमोट सेल डिवीजन, थर्ड इनहिबिट ग्रोथ, फोर्थ इट प्रमोट ग्रोथ ऑफ स्टेम एंड रूट्स। देन द राइट आंसर है वो है सी ऑप्शन, it inhibits the growth। The students ये इसलिए important है एब्सिसिक एसिड ABA, एंड ABA भी लिखते हैं because ये इकलौता है जो प्लांट हार्मोन है ਜਿਹੜੀ ਉਹਨੂੰ इंक्रीज होने तो रोकता है। तो ये अपने को कुछ इंपॉर्टेंट प्लांट्स के हार्मोन्स है, ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਜੋ एग्जाम ਵਾਸਤੇ ਵੀ इंपॉर्टेंट ਹਨ। एंड सब तो इंपॉर्टेंट ਜਿਹੜੀ ਆਂਦੀ ਚੀਜ਼ ਉਹ ਆਂਦੀ है एब्सिसिक एसिड, it inhibits growth। सेकंड इंपॉर्टेंट आता है इथाइलिन, it helps in the ripening of fruits, ठीक है जी। ये ਇਹਦੇ से इंपॉर्टेंट है। ਤੇ ਜਿਹੜਾ ਆਕਸੀजन है ਆਕਸੀजन ਜਿਹੜਾ ਇਹੋ ਜਿਹਾ ਇੱਕ ਹਾਰਮੋਨ ਹੈ ਜਿਹਦੇ ਨਾਲ ਹਮੇਸ਼ਾ ਪਲਾਂਟ ਦੀ ਗਰੋਥ ਵੀ ਹੁੰਦੀ ਹੈ ਤੇ ਡਿਵੈਲਪਮੈਂਟ ਵੀ ਹੁੰਦੀ ਹੈ, ਤੇ ਜਿੱਥੇ ਆਕਸੀਜਨ ਹੋਏਗਾ ਉੱਥੇ ਉਹ ਵਾਲਾ ਹਿੱਸਾ ਉਹਦਾ ਇੰਕਰੀਜ਼ ਹੁੰਦਾ ਰਹੇਗਾ। ਨੈਕਸਟ ਹੈਗਾ ਸਾਈਟੋਕਾਈਨਿਨਸ, ਉਹ ਜਿਹੜੇ ਰੂਟਸ ਹੁੰਦੇ ਨੇ ਉਹਨੂੰ ਉਹਦੀ ਇੰਕਰੀਮੈਂਟ ਦੇ ਵਿੱਚ ਹੈਲਪਫੁਲ ਨੇ। ਲਾਸਟ ਹੈਗਾ ਗਿਬਰਲਿਨਸ, ਉਹ ਕਿੰਦੇ ਵਾਸਤੇ ਹੈਲਪਫੁਲ ਨੇ? ਸਟੈਮਸ ਜਾਂ ਜਿਹੜੇ ਫਰੂਟ ਆਵਨ ਉਹਦੇ ਵਾਸਤੇ ਕੌਣ ਹੈਲਪਫੁਲ ਹੈ? ਉਹਦੇ ਵਾਸਤੇ ਹੈਲਪਫੁਲ ਨੇ ਗਿਬਰਲਿਨਸ। ਅਗਲਾ ਜਿਹੜਾ ਉਹ ਆਪਣੇ ਕੋਲ ਇੰਪੋਰਟੈਂਟ ਨਹੀਂ ਹੈ, ਆ ਵਾਲਾ ਤੁਸੀਂ ਭਾਵੇਂ
ਇਹਨੂੰ ਭਾਵੇਂ ਲਿਖੋ ਨਾ, ਇਹ ਐਗਜ਼ਾਮ ਵਿੱਚ ਨਹੀਂ ਆਉਂਦਾ। नेक्स्ट क्वेश्चन है द स्टिमुलस इन द प्रोसेस ऑफ थिग्मोट्रोपिज्म इज, ऑप्शंस आर ऑप्शन ए इज टच, बी ग्रेविटी, सी लाइट, डी केमिकल। एंड द राइट आंसर है वो है ए ऑप्शन। ਜਦੋਂ ਵੀ ਆਪਾਂ ਕਿਸੇ ਪਲਾਂਟ ਨੂੰ ਹੱਥ ਲਾਉਂਦੇ ਹਾਂ ਜਾਂ ਕਿਸੇ ਹੋਰ ਚੀਜ਼ ਦੇ ਨਾਲ ਉਹਨੂੰ ਆਪਾਂ ਛੂੰਹਦੇ ਹਾਂ ਤਾਂ ਉਹਦੇ ਚ ਕੀ ਸ਼ੋ ਹੁੰਦਾ, ਉਹਦੇ ਚ ਹੁੰਦਾ ਥਿਗਮੋ ਵਾਲਾ ट्रोपिकल मूवमेंट शो होंगी है। ये अपने को डिफरेंट टाइप्स होंगी हैं। जे वो लाइट दे विद रिस्पेक्ट रिस्पॉन्स आता है, फॉर एग्जांपल जिस पासे लाइट है वो उस पासे नू हो जाता है प्लांट, तो होंदा है फोटो। जे वो अर्थ दी जेडी रूट्स ने वो अपने अर्थ वाल अंदर नू अट्रैक्ट होंदी है ड्यू टू अर्थ्स ग्रेविटी, तो उन्होंने आप कहने हैं जियो। जे किसी चीज नू हाथ लगावांगे वो होंदा है थिग्मो। लास्ट होंदा है हाइड्रो, दैट मीन्स H2O, जिथे H2O होएगा रूट्स उस पासे नू आणगे। ये जेड़ा रिस्पॉन्स है इहनू आपां कहने हैं रिस्पॉन्स टू वाटर कॉल्ड हाइड्रोट्रोपिज्म। हुण इस वर्ड दा मतलब कि ये मूवमेंट ऑफ प्लांट विद रिस्पेक्ट टू इट्स स्टिमुलस, मतलब जिस पासे कोई एक्शन मिलेगा उस पासे की होएगी रिस्पॉन्स निकलेगा, मतलब रिएक्शन निकलेगा। नेक्स्ट क्वेश्चन है द नंबर ऑफ पेयर ऑफ नर्व्स व्हिच अराइजेस फ्रॉम स्पाइनल कॉर्ड इज, रीढ़ दी हड्डी तो पैदा होने वालियां नसां दे किन्ने जोड़ियां हन, 21, 31, 41, 51। दैन दा जेड़ा राइट आंसर है वो अपने को 31 नर्व्स दियां, मतलब टोटल 62 हो गई। 62 जेडी नर्व्स ने वो ओरिजिनेट होंदी है कितों, अपनी रीढ़ दी हड्डी तो। ये अपनी हैगी है रीढ़ दी हड्डी। उपरलियां जड़ियां आ वालियां ने ये देखो इंपॉर्टेंट है, इनका नेम की है, इनका नेम है सर्विकल नर्व्स। इस करके जे कुछ होवे तो अपन की हुंदी है सर्वाइकल हुंदी है। नेक्स्ट इंपॉर्टेंट जो है वो है L4। L4 जिहड़ी है ये इहो जिहा अपना लुंबर नर्व है जिहड़ी कि ये सब तो ज़्यादा सेंसिटिव है, मतलब सब तो ज़्यादा हिलदी है। जदों भी कोई हैवी सबस्टांस आप उठाने हैं या कोई हार्ड वर्क वगैरह होता है तो अपना L4 जिहड़ा है ये सब तो ज़्यादा दुखदा है। क्यों? बिकॉज इनका यूज है कि हैवी जिहड़ा सबस्टांस नू उठाने च हेल्पफुल है। ठीक है जी, ये अपने को कुछ इंपॉर्टेंट नर्व्स ने, तुहाडे कोल नर्व्स दे कुछ पूछा नहीं जाएगा, जिहड़ी इंपॉर्टेंट से मैं तुहानू समझा देती है। नेक्स्ट है इलेक्ट्रिकल इंपल्स travels in neuron from options, again different ऑप्शन ने। जे तुहानू न्यूरॉन दी स्ट्रक्चर बारे कुछ आइडिया है तो तुहानू इहदा आंसर आंदा होएगा, नहीं तो तुहानू इहदा आंसर नहीं आएगा। इस करके इहदी स्ट्रक्चर याद करनी बहुत इंपॉर्टेंट है। इहदा राइट आंसर जो है वो है सी ऑप्शन। तो ये लिखा कि ये इट स्टार्ट्स फ्रॉम एंड्रॉइड्स, then it goes to cell body, then to axon end। तो ये देखो ये आंदी की सी एक्चुअल फिगर सी रिप्रेजेंटेशन सी आंदी न्यूरॉन दी। देखो स्टार्टिंग कित्थों हो रही है, नुक्कर तो एजेस जे हैगे ने जड़ियां इहनू आपां कहने हां दीज आर कॉल्ड एज डेंड्राइट्स। नेक्स्ट जेड़ा अंदरला पार्ट है इहनू आपां कहने हां सैल बॉडी। नेक्स्ट जो लॉन्ग पार्ट है होंदा एक्सन, एक्सन दे विचकार जिहड़े अंतर हुंदा है उहनू आपां कहने आ नोड ऑफ रेनवियर। नेक्स्ट इहदे ते एक शीथ लगी हुंदी है या एक लेयर हुंदी है, वो हुंदी है लेयर किंदी लेयर हुंदी है, दैट इज मेड अप ऑफ, दैट इज नोन एज माइलिन शीथ। ये भी इंपॉर्टेंट है। ते इहदे विच जिहड़े छोटे छोटे सैल्स हुंदे उहनू आपां कहने आ स्क्वान सैल्स। नेक्स्ट इहदी हुंदी है एंडिंग्स, मतलब उन्होंने आपां कहने एक्सन एंड या एक्सन टर्मिनल्स। हुण दोस्तों एक चीज और इंपॉर्टेंट की है ते दो न्यूरॉन्स मतलब तो बाद एक होर हुंदा है स्टार्ट हुंदा है तो उन हल्का जिहा अंतर हुंदा है, उस अंतर नू की लिखदे आ उस अंतर दा की नाम है, उनका नाम है साइनैप्स गैप। साइनैप्स गैप। ठीक है जी, उहदे च एक लिक्विड आ जाता है ताकि ये जिहड़े इलैक्ट्रिकल इंपल्स है एक न्यूरॉन तो अगले दे विच अपने आप आ जावे
ਤਾਂ ਉਹ ਜਿਹੜਾ ਹਾਰਮੋਨ ਨਿਕਲਦਾ ਲਿਕੁਇਡ ਨਿਕਲਦਾ ਉਹਦਾ ਨਾਮ ਕੀ ਹੁੰਦਾ, ਉਹਨੂੰ ਆਪਾਂ ਕਹਿੰਦੇ ਆ ਨਿਊਰੋ ਮਤਲਬ ਰਿਲੇਟਿਡ ਟੂ ਨਰਵਸ। ਨਾਲ ਦਾ ਇੱਕ ਹੋਰ ਨਾਮ ਹੈ ट्रांसमीटर। ये आ नाम इकट्ठा है अपने को, न्यूरो ट्रांसमीटर। ठीक है जी। नेक्स्ट क्वेश्चन है विच ऑफ द फॉलोइंग डिटरमाइन द सेक्स ऑफ द चाइल्ड। बच्चे का लिंग निर्धारित कितों होता है। ऑप्शन लेंथ ऑफ मदर्स प्रेगनेंसी किन्ने महीने हो चुके ने उनके ते। सेकंड लेंथ ऑफ टाइम बिटवीन ओवुलेशन एंड ओपुलेशन मतलब ਸਪਰਮ ਜਦੋਂ ਮਿਲਦੀ ਹੈ ਤੇ ਉਹ ਵਾਲਾ ਸਮਾਂ ਤੇ ਜਦੋਂ ਉਹਦੇ ਚ ਐਗ ਨਿਕਲਿਆ ਓਵਰੀ ਤੋਂ ਉਹ ਵਾਲਾ ਉਹਦੇ ਚ ਕਿੰਨਾ ਅੰਤਰ ਹੈ ਉਹਦੇ ਤੇ। ਥਰਡ ਆਪਸ਼ਨ ਇਜ਼ ਐਕਸ chromosome in ovum. Last D option is Y chromosome in sperm. Then the right answer है D ਜਿਹੜਾ sperm ਦੇ ਵਿੱਚ ਜਿਹੜਾ ਹੁੰਦਾ ਹੈ that is Y ਵਾਲਾ ਉਹਦੇ ਤੇ ਕੀ ਕਰਦਾ ਹੈ ਡਿਪੈਂਡੈਂਟ ਹੁੰਦਾ ਹੈ ਕਿ ਮੁੰਡਾ ਹੋਏਗਾ ਜਾਂ ਕੁੜੀ ਹੋਏਗੀ। ਤਾਂ ਫੋਰ ਐਗਜ਼ਾਮਪਲ ਜਿਹੜਾ ਫਾਦਰ ਹੁੰਦਾ ਉਹਦੇ ਚ ਹੁੰਦੇ ਨੇ ਐਕਸ ਵਾਈ, ਉਹਦੇ ਹੁੰਦੇ ਨੇ ਐਕਸ ਵਾਈ, ਐਕਸ ਦੇ ਨਾਲ ਐਕਸ ਮਿਲੇਗਾ ਤਾਂ ਫਿਰ ਕੀ ਹੋਏਗਾ ਬਿਕੋਜ਼ ਜਿਹੜੀ ਫੀਮੇਲ ਹੁੰਦੀ ਉਹਦੇ ਕੋਲ ਐਕਸ ਐਕਸ ਹੀ ਨੇ ਮਤਲਬ ਉਹਦੇ ਤੇ ਆ ਜਿਹੜਾ ਮੁੰਡਾ ਹੋਣ ਦਾ ਜਿਹੜਾ ਫੁੱਲ 100% ਜਿਹੜਾ ਹੈ ਉਹ ਡਿਪੈਂਡੈਂਸੀ ਕਿਹਦੇ ਤੇ ਹੈ ਉਹ ਆਪਣੇ ਤੇ ਹੁੰਦੀ ਹੈ ਮਤਲਬ that depends upon ਮੇਲਸ ਤੇ ਹੀ ਡਿਪੈਂਡੈਂਟ ਹੈ ਕਿ ਅੱਗੋਂ ਮੁੰਡਾ ਹੋਏਗਾ ਜਾਂ ਨਹੀਂ ਬਿਕੋਜ਼ ਉਹਦੇ ਕੋਲ ਹੀ ਸਿਰਫ ਹਾਰਮੋਨਸ ਹੁੰਦੇ ਹੈ that are known as Y chromosome ਜਿਹੜੇ ਹੁੰਦੇ ਨੇ ਉਹ ਰਿਸਪੌਂਸਿਬਲ ਨੇ for the birth of a son ਅਦਰਵਾਈਜ਼ ਜਿਹੜਾ ਟੋਟਲ ਹੀ ਹੋਏਗੀ ਜੇ ਆਪਾਂ ਡਿਪੈਂਡ ਕਰੀਏ ਅਦਰਵਾਈਜ਼। ਤਾਂ ਇੰਪੋਰਟੈਂਟ ਸੀ ਕਿ ਡਿਪੈਂਡੈਂਸੀ ਕਿਹਦੇ ਤੇ ਹੈ ਤਾਂ ਡਿਪੈਂਡੈਂਸੀ ਹੈਗੀ ਹੈ ਔਨ ਦਾ ਮੇਲ ਪਾਰਟ। ਨੈਕਸਟ ਹੈ what is the ancient name of all the human beings ਦਾ old name ancient name ਜਾਂ scientific name ਕੀ ਹੈ monkey chimpanzee homo sapien ਜਾਂ invertebrates। ਕਹਿੰਦਾ ਦੋਸਤੋ ਸਿੱਧਾ ਆਂਸਰ ਉਹ ਹੈ homo sapiens। ਸੀ ਆਪਸ਼ਨ ਇਹਦਾ ਰਾਈਟ ਆਂਸਰ ਹੈ। ਤਾਂ ਤੁਹਾਨੂੰ ਕੁਝ ਸਾਇੰਟਿਫਿਕ ਨੇਮ ਇੱਦਾਂ ਦੇ ਯਾਦ ਰੱਖਣੇ ਨੇ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਹੈ ਇੰਪੋਰਟੈਂਟ ਮੈਂ ਤੁਹਾਨੂੰ ਥੋੜੇ ਜਿਹੇ ਇੱਥੇ ਨਿਸ਼ਾਨ ਲਗਾ ਰਿਹਾ ਜੋ ਐਗਜ਼ਾਮ ਵਿੱਚ ਆ ਸਕਦੇ ਨੇ। ਠੀਕ ਹੈ ਜੀ ਆ ਇੰਪੋਰਟੈਂਟ ਨੇ ਇਸ ਤੋਂ ਇਲਾਵਾ ਜਿੰਨੇ ਵੀ ਹੋਰ ਨੇ ਉਹ ਵੀ ਇੰਪੋਰਟੈਂਟ ਨੇ ਬਟ ਇੰਨੇ ਇੰਪੋਰਟੈਂਟ ਨਹੀਂ ਇਸ ਤੋਂ ਇਲਾਵਾ ਕੁਝ ਹੋਰ ਵੀ ਹੁੰਦੇ ਨੇ ਸਭ ਤੋਂ ਆਹ ਵਾਲਾ ਵੀ ਇੰਪੋਰਟੈਂਟ ਹੈ ਫਸਟ ਵਾਲਾ ਵੀ। ठीक है जी तो एक कुछ स्क्रीनशॉट लेके रख लो तो ਇਹਦੇ ਤੁਹਾਨੂੰ एग्जाम ਵਿੱਚ ਆਏਗਾ कुछ भी साइंटिफिक नेम आ सकते हैं। नेक्स्ट क्वेश्चन है the organs present in two organisms indicate that they are derived from same ancestor। ਇਹੋ ਜਿਹੇ organ ਜਿੱਥੋਂ ਪਤਾ ਲੱਗੇ ਕਿ ਆਪਣੇ ਜਿਹੜੇ ਪੂਰਵਜ ਨੇ ਉਹ ਇੱਕੋ ਵਰਗੇ ਨੇ ਆਪਾਂ ਉਹਨਾਂ ਤੋਂ ਹੀ ਆਏ ਆ। ਇਹ ਜਿਹੇ organs ਨੂੰ ਕੀ ਆਖਦੇ ਹਨ ਐਨਾਲੋਗਸ ਰੈਸਪੀਰੇਟਰੀ ਸੈਂਸ organs ਜਾਂ ਹੋਮੋਲੋਗਸ। ਤਾਂ ਇਹਦਾ ਰਾਈਟ ਆਂਸਰ ਹੈ ਦੋਸਤੋ ਉਹ ਹੈ ਹੋਮੋਲੋਗਸ। ਹੋਮੋ मतलब सेम ਲੋਗਸ मतलब स्ट्रक्चर ਤਾਂ ਜਿਨ੍ਹਾਂ ਦੀ ਸੇਮ ਸਟਰਕਚਰ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਹੋਮੋਲੋਗਸ organs ਤੇ ਜਿਨ੍ਹਾਂ ਦੀ ਸੇਮ ਸਟਰਕਚਰ ਹੁੰਦੀ ਹੈ ਉਹਨਾਂ ਦੇ ਜਿਹੜੇ ਫੰਕਸ਼ਨ ਹੈ ਉਹ ਕਿੰਨੇ ਨੇ ਡਿਫਰੈਂਟ ਹੁੰਦੇ ਨੇ। ਤੇ ਐਨਾਲੋਗਸ ਦਾ ਉਲਟਾ ਕੰਮ ਹੈ ਜਿਨਦੇ ਫੰਕਸ਼ਨ ਸੇਮ ਹੋਣ ਬਟ ਸਟਰਕਚਰ ਡਿਫਰੈਂਟ ਹੋਵੇ। ਫॉर एग्जांपल विंग ऑफ इंसेक्ट एंड आ फ्लाइंग बर्ड। ਤੇ ਹੋਮੋਲੋਗਸ ਦੇ ਐਗਜ਼ਾਮਪਲ ਕੀ ਨੇ ਲਿੰਬਸ ਮਤਲਬ ਹੱਥ ਵਾਲਾ ਜਿਹੜਾ ਹਿੱਸਾ ਆਫ ਐਨੀਮਲਸ ਐਂਡ ਹਿਊਮਨਸ ਉਹ ਕਿਨੇ ਇੱਕੋ ਵਰਗੇ ਨੇ ਬਟ ਉਹਨਾਂ ਦੇ ਜਿਹੜੇ ਫੰਕਸ਼ਨ ਨੇ ਉਹ ਡਿਫਰੈਂਟ ਨੇ। ਨੈਕਸਟ ਕੁਐਸਚਨ ਵੀ ਸ਼ੁਡ ਰਿਡਿਊਸ ਦਾ ਯੂਜ਼ ਆਫ ਪਲਾਸਟਿਕ ਬਿਕੋਜ਼ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਹੋਣੀ ਜ਼ਰੂਰੀ ਹੈ ਕਿਉਂਕਿ they are not durable, they are non-biodegradable, they are made of toxic material, they react with atmospheric gases। and the right answer है अपने कोल option number B इथे right answer है अपने कोल option B is the right answer। तो आंसर है ऑप्शन नंबर बी। देखो ਜਿਹੜਾ ਆਪਣਾ
waste material, it is of two type. One is biodegradable, second one is non biodegradable। मतलब ਇਹੋ ਜਿਹਾ ਸਬਸਟੈਂਸ ਜਿਹੜੇ ਮਾਈਕਰੋ ਆਰਗੈਨਿਜ਼ਮ ਦੀ ਹੈਲਪ ਨਾਲ ਅਰਥ ਦੇ ਵਿੱਚ ਮਿਕਸਅਪ ਹੋ ਜਾਂਦੇ ਨੇ, ਛੋਟੇ ਛੋਟੇ ਪਾਰਟੀਕਲਸ ਵਿੱਚ ਆ ਜਾਂਦੇ ਨੇ, ਆਪਾਂ ਕਹਿੰਦੇ ਆ ਬਾਇਓਡੀਗ੍ਰੇਡੇਬਲ ਵੇਸਟ। ਤੇ ਜਿਹੜੇ ਨੌਨ ਹੁੰਦੇ ਨੇ ਉਹ ਹੁੰਦੇ ਨੇ ਜਿਹੜੇ ਆ ਨਹੀਂ ਸਕਦੇ। ਨੈਕਸਟ ਕੁਐਸਚਨ ਹੈ ਇਨ ਅ ਫੂਡ ਚੇਨ ਦ ਸੈਕਿੰਡ ट्रॉफिक लेवल इज ऑक्यूपाइड बाय। देखो जी फूड चेन होंगी है सारे एक डिफरेंट अपने को फर्स्ट स्टैप सैकेंड स्टैप ऐसा आता है। तो जो सैकेंड स्टैप वाले ने जिन्होंने आप हर एक स्टैप को आप आखते हाँ ट्रॉफिक लैवल। तो जो सैकेंड नंबर पर है उनके किहड़े टाइप के ऑर्गेनिज्म आते हैं। ऑप्शन ए इज कार्निवोर्स, सेकंड ऑटोट्रॉफ्स, थर्ड हर्बीवोर्स, डी प्रोड्यूसर्स मतलब प्लांट्स। एंड द राइट आंसर है वो है हर्बीवोर्स, सी ऑप्शन। देखो हर्बीवोर्स ਇਹੋ ਜਿਹੇ ਹੁੰਦੇ ਨੇ ਜਿਹੜੇ ਸਿਰਫ ਕੀ ਵਿੱਚ ਈਟ ਓਨਲੀ ਪਲਾਂਟਸ ਤੇ ਜਿਹੜੇ ਹਾਰਨੀਵੋਰਸ ਨੇ ਵਿੱਚ ਈਟ ਓਨਲੀ ਅਦਰ ਐਨੀਮਲਸ मतलब ਜਿਹੜੇ ਕੀ ਖਾਂਦੇ ਨੇ ਕੁਝ ਹੋਰ ਹੱਡੀ ਮਸਾਲੇ ਵਗੈਰਾ। ਠੀਕ ਹੈ ਜੀ। ਤੇ ਜਿਹੜੇ ਓਮਨੀਵੋਰਸ ਨੇ OMNI ओमनीवोर्स ਜਿਹੜੇ ਹੁੰਦੇ ਨੇ which eat plants as well as meat। ਤਾਂ स्टूडेंट्स सब तो नीचे आएंगे अपन पता है ऑटो बोले तो प्लांट्स मतलब ਜਿਹੜਾ अपना फूड खुद लेके आते हैं फिर उस फूड ਨੂੰ कौन खाते हैं हर्बीवोर्स। ਹੁਣ देखो कुछ इंसान ਇਹਨਾਂ ਵਿੱਚ ਵੀ आते हैं ਤੇ कुछ इंसान ओमनी ਵਿੱਚ भी आते हैं बिकॉज इंसान ने ਉਹ ਜਿਹੜਾ ਉਹ ਰੋਟੀ ਵੀ ਖਾਂਦੇ ਨੇ ਤੇ मीट भी। ठीक है जी। तो जेडे सिर्फ रोटी वगैरह खाते हैं मतलब जेडे वेज खाते हैं उन्होंने आप कहेंगे हर्बीवोर्स। अदरवाइज जेडे ह्यूमन बीइंग्स ने उन्होंने आप कहने ओमनीवोर्स बिकॉज इट कैन ईट मतलब इन्हां दी आपदी इच्छा है ये मीट भी खा सकते हैं ते बाकी सबस्टांसेस भी खा सकते हैं। नेक्स्ट क्वेश्चन इज द सबस्टांस विच इज मोस्ट रिस्पॉन्सिबल फॉर डिप्लीशन ऑफ ओजोन लेयर। ओजोन लेयर दे निगार ਲਈ ਮੁੱਖ ਜ਼ਿੰਮੇਵਾਰ ਹੈ CFCs, CH4, DDT, O3। then the right answer है CFCs। CFCs बोले तो क्लोरोफ्लोरोकार्बन्स। ਤਾਂ ਇਸ ਤੋਂ ਇਲਾਵਾ ਆਪਣੇ ਕੋਲ ਜਿਹੜੀ ਹੋਰ ਰਿਸਪੌਂਸਿਬਲ ਹੈ ਸਭ ਤੋਂ ਜ਼ਿਆਦਾ ਰਿਸਪੌਂਸਿਬਲ ਹੈ ਉਹ ਹੈ CO2। देखो सब ਤੋਂ ਜ਼ਿਆਦਾ ਹਾਰਮਫੁਲ ਹੈ ਉਹ ਹੈ CFCs बट सब ਤੋਂ ਜ਼ਿਆਦਾ अमाउंट जो है वो है CO2। उस तो बाद नंबर आता मीथेन, CO, ओजोन या होर ऑक्साइड होंगे ने ਜਿਹੜੇ। ਨੈਕਸਟ ਕੁਐਸਚਨ ਫੈਟ ਐਂਡ ਆਇਲ ਕੰਟੇਨਿੰਗ ਫੂਡਸ ਦੇ ਵਿੱਚ ਜੇ ਆਪਾਂ ਉਹਨੂੰ ਆਪਾਂ ਰੱਖਣਾ ਹੈ ਕਾਫੀ ਲੌਂਗ ਸਮੇਂ ਲਈ ਉਹਦੀ ਸਟੋਰੇਜ ਲਈ ਕਿਹੜੀ ਉਹਦੇ ਵਿੱਚ ਵਰਤੀ ਜਾਂਦੀ ਹੈ। ਉਹਦਾ ਆਨਸਰ ਹੋਏਗਾ CO2 ਗੈਸ, ਨਾਈਟ੍ਰੋਜਨ ਗੈਸ, ਆਕਸੀਜਨ ਗੈਸ ਜਾਂ ਨਿਓਨ ਗੈਸ। तो राइट आंसर बनेगा वो बनेगा N2 गैस। देखो N2 जी है ये यूज करी जाती ताकि फूड जो ऑयल के होंगे ने उन्हों की ऑक्सीजन नाल रिएक्शन ना हो जाए तो रैंसिडिटी ना हो जाए। रैंसिडिटी की होंगी इहो जी जिन्होंने उरली आखते हाँ रैंसिडिटी की होंगे जो फूड का समैल तो फूड का जोड़ा स्वाद होंगे वो अलग हो जाता है ड्यू टू रिएक्शन विद ऑक्सीजन। बट ये सिर्फ उन्होंने होएगा जिहड़े ऑयल दे विच खांदे ने। तां इस करके रैंसिडिटी नूं बचाउण दे लई N2 का यूज़ किया जाता है ताकि उनकी ऑक्सीजन के नाल रिएक्शन ना होवे। तां स्टूडेंट्स ये सी अपना अज का लैक्चर आपां मिलदे हां नैक्सट लैक्चर दे विच। तां उदों तक तुसीं तुहाडा मेन मकसद है डू रिवाइज मैक्सिमम जिन्नी भी अपने लैक्चर आ चुके हैं उन्होंने मैक्सिमम रिवाइज करते रहो। मिलते हैं आप अगले लेक्चर में। टाटा, सी यू, बाय बाय।